ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਸਿਰ ਰਾਗ ਮਹੱਲਾ ਪੰਜਵਾਂ। ਸੋਈ ਸਾਸਤ ਸੌਣ ਸੋਈ, ਜਿਤ ਜਪੀਏ ਹਰ ਨਾਉ। ਚਰਨ ਕਮਲ ਗੁਰ ਧਨ ਦਿਆ, ਮਿਲਿਆ ਨਿਥਾਵੇਂ ਥਾਉ। ਸਾਚੀ ਪੂੰਜੀ ਸੱਚ ਸੰਜਮੋ, ਆਠ ਪੈਰ ਗੁਣ ਗਾਓ। ਕਰ ਕਿਰਪਾ ਪ੍ਰਭ ਭੇਟਿਆ, ਮਰਨ ਨ ਆਵਣ ਜਾਓ। ਮੇਰੇ ਮਨ ਹਰ ਭਜ ਸਦਾ ਇਕ ਰੰਗ, ਕਟ ਕਟ ਅੰਤਰ ਰਵ ਰਿਆ। ਸਦਾ ਸਹਾਈ ਸੰਗ ਰਹਾਓ। ਸੁੱਖਾਂ ਕੀ ਮਤ ਕਿਆ ਗਣੀ, ਜਾ ਸਿਮਰੀ ਗੋਵਿੰਦ। ਜਿਨ ਚਾਖਿਆ ਸੇ ਤ੍ਰਿਪਤਾਸਿਆ, ਓ ਰਸ ਜਾਣੇ ਜਿੰਦ। ਸੰਤਾ ਸੰਗਤ ਮਨ ਵਸੈ, ਪ੍ਰਭ ਪ੍ਰੀਤਮ ਬਖਸ਼ਿੰਦ। ਜਿਸ ਸੇਵਿਆ ਪ੍ਰਭ ਆਪਣਾ, ਸੋਈ ਰਾਜ ਨਿਰਿੰਦ। ਅਵਸਰ ਹਰ ਜਸ ਗੁਣ ਰਮਣ, ਜਿਤ ਕੋਟ ਭਜਨ ਇਸਨਾਨ। ਰਸਨਾ ਉਚਰੇ ਗੁਣਵਤੀ, ਕੋਇ ਨ ਪੂਜੇ ਦਾਨ। ਦ੍ਰਿਸ਼ਟ ਧਾਰ ਮਨ ਤਨ ਵਸੈ, ਦਿਆਲ ਪੁਰਖ ਮਿਹਰਬਾਨ। ਜਿਉ ਪਿੰਡ ਤਨ ਤਿਸ ਦਾ, ਹਉ ਸਦਾ ਸਦਾ ਕੁਰਬਾਨ। ਮਿਲਿਆ ਕਦੇ ਨ ਵਿਛੜੇ, ਜੋ ਮਿਲਿਆ ਕਰਤਾਰ। ਦਾਸਾਂ ਕੇ ਬੰਧਨ ਕੱਟਿਆ, ਸਾਚੇ ਸਿਰਜਣਹਾਰ। ਭੂਲਾ ਮਾਰਗ ਪਾਇਨ, ਗੁਣ ਅਵਗੁਣ ਨ ਵਿਚਾਰ। ਨਾਨਕ ਤਿਸ ਸਰਨਾਗਤੀ, ਜੇ ਸਗਲ ਘਟਾ ਆਧਾਰ। ਭੂਲਾ ਮਾਰਗ ਪਾਇਨ, ਗੁਣ ਅਵਗੁਣ ਨ ਵਿਚਾਰ। ਨਾਨਕ ਤਿਸ ਸਰਨਾਗਤੀ, ਜੋ ਸਗਲ ਘਟਾ ਆਧਾਰ। ਗੁਰੂ ਜੀ ਕਹਿੰਦੇ ਹਨ ਕਿ ਹੇ ਮੇਰੇ ਮਨ, ਮੇਰੇ ਲਈ ਸਹੀ ਅਰਥਾਂ ਵਿੱਚ ਉਹੀ ਧਰਮ ਸ਼ਾਸਤਰ ਅਤੇ ਜੋਤਿਸ਼ ਸ਼ਾਸਤਰ ਹਨ ਜਿਨ੍ਹਾਂ ਦੁਆਰਾ ਹਰਨਾਮ ਜਪਿਆ ਜਾ ਸਕੇ। ਮੈਂ ਗੁਰੂ ਦੇ ਚਰਨ ਕਮਲ ਦੇ ਰੂਪ ਵਿੱਚ ਜੋ ਧਨ ਪ੍ਰਾਪਤ ਕੀਤਾ ਹੈ, ਉਸ ਕਾਰਨ ਮੈਨੂੰ ਨਿਥਾਵੇਂ ਨੂੰ ਥਾਂ ਮਿਲ ਗਈ ਹੈ। ਮੇਰੇ ਪਾਸ ਹੁਣ ਸੱਚੀ ਪੂੰਜੀ ਅਤੇ ਸੱਚਾ ਸੰਜਮ ਹੈ, ਜਿਸ ਕਰਕੇ ਅੱਠੇ ਪੈਰ ਪਰਮਾਤਮਾ ਦੇ ਗੁਣ ਗਾਉਂਦਾ ਹਾਂ। ਗੁਰੂ ਨੇ ਆਪਣੀ ਕਿਰਪਾ ਕਰਕੇ ਮੈਨੂੰ ਪ੍ਰਭੂ ਨਾਲ ਭੇਂਟ ਕਰਾ ਦਿੱਤੀ ਹੈ, ਜਿਸ ਦੇ ਫਲਸਰੂਪ ਮਰਨਾ ਅਤੇ ਆਉਣਾ ਜਾਣਾ, ਜੰਮਣਾ ਮਰਨਾ ਭਾਵ ਆਵਾਗਮਨ ਖਤਮ ਹੋ ਗਿਆ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਮੇਰੇ ਮਨ, ਤੂੰ ਪਰਮਾਤਮਾ ਦਾ ਨਿਰੰਤਰ ਮਗਨਤਾ ਨਾਲ ਭਜਨ ਕਰ। ਉਹ ਪ੍ਰਭੂ ਹਰ ਇੱਕ ਜੀਵ ਜੰਤੂ ਸਰੀਰ ਵਿੱਚ ਵਿਆਪਕ ਹੋ ਰਿਹਾ ਹੈ ਅਤੇ ਸਦਾ ਅੰਗ ਸੰਗ ਸਹਾਈ ਹੈ। ਮੈਂ ਜਦੋਂ ਗੋਬਿੰਦ ਦਾ ਸਿਮਰਨ ਕਰਦਾ ਹਾਂ, ਫਿਰ ਸੁੱਖਾਂ ਦੀ ਮਿਣਤੀ ਕਿਵੇਂ ਕਰਾਂ। ਜਿਨ੍ਹਾਂ ਨੇ ਹਰਨਾਮ ਰਸ ਨੂੰ ਚਖਿਆ ਹੈ, ਉਹ ਸਭ ਤ੍ਰਿਪਤ ਹੋ ਗਏ ਹਨ। ਇਸ ਰਸ ਦੇ ਸਵਾਦ ਨੂੰ ਉਹੀ ਗੁਰਮੁਖ ਜਾਣਦਾ ਹੈ, ਜਿਸ ਨੇ ਇਸ ਰਸ ਨੂੰ ਚਖਿਆ ਹੈ। ਸੰਤਾਂ ਦੀ ਸੰਗਤ ਕਰਨ ਨਾਲ ਬਖਸ਼ਣ ਵਾਲਾ ਪ੍ਰੀਤਮ ਪਰਮਾਤਮਾ ਸਦਾ ਮਨ ਵਿੱਚ ਵਸਣ ਲੱਗਦਾ ਹੈ। ਜਿਨ੍ਹਾਂ ਨੇ ਆਪਣੇ ਪਰਮਾਤਮਾ ਦੀ ਭਗਤੀ ਕੀਤੀ ਹੈ ਅਤੇ ਉਹੀ ਰਾਜੇ ਅਤੇ ਨਰਿੰਦ ਹਨ।
ਜਿਸ ਅਵਸਰ 'ਤੇ ਪਰਮਾਤਮਾ ਦੇ ਗੁਣਾਂ ਨੂੰ ਗਾਇਆ ਜਾਏ, ਉਸ ਵੇਲੇ ਕਰੋੜਾਂ ਤੀਰਥਾਂ ਦੇ ਇਸ਼ਨਾਨ ਦਾ ਪੁੰਨ ਅਰਜਿਤ ਹੋ ਜਾਂਦਾ ਹੈ। ਜੋ ਜੀਵ ਹਰਨਾਮ ਨੂੰ ਉਚਰਦੀ ਹੈ, ਉਹ ਗੁਣਵੰਤੀ ਹੈ। ਉਸ ਦੀ ਬਰਾਬਰੀ ਕੋਈ ਪੁੰਨ ਦਾਨਵੀ ਨਹੀਂ ਕਰ ਸਕਦਾ। ਉਹ ਦਿਆਲ ਪੁਰਖ ਅਤੇ ਮਿਹਰਬਾਨ ਕਿਰਪਾ ਦ੍ਰਿਸ਼ਟੀ ਧਾਰ ਕੇ ਹਰ ਇੱਕ ਦੇ ਤਨ ਅਤੇ ਮਨ ਵਿੱਚ ਵਸਦਾ ਹੈ। ਇਹ ਜਿੰਦ, ਸਰੀਰ ਅਤੇ ਤਨ ਉਸ ਦਾ ਹੈ। ਮੈਂ ਉਸ ਤੋਂ ਹਮੇਸ਼ਾ ਕੁਰਬਾਨ ਜਾਂਦਾ ਹਾਂ। ਜਿਸ ਨੂੰ ਕਰਤਾਰ ਨੇ ਆਪਣੇ ਚਰਨਾਂ ਨਾਲ ਮਿਲਾ ਲਿਆ ਹੈ, ਉਹ ਮਿਲਿਆ ਹੋਇਆ ਫਿਰ ਕਦੇ ਵੀ ਵਿਛੜਦਾ ਨਹੀਂ ਹੈ। ਉਸ ਸੱਚੇ ਸਿਰਜਣਹਾਰ ਨੇ ਦਾਸਾਂ ਦੇ ਮਾਇਆਵੀ ਬੰਧਨ ਕੱਟ ਦਿੱਤੇ ਹਨ। ਉਹ ਪਰਮਾਤਮਾ ਭੁੱਲੇ ਹੋਇਆਂ ਨੂੰ ਸਨਮਾਰਗ ਉੱਤੇ ਪਾ ਦਿੰਦਾ ਹੈ ਅਤੇ ਉਹਨਾਂ ਦਾ ਗੁਣ ਜਾਂ ਦੋਸ਼ ਨਹੀਂ ਵਿਚਾਰਦਾ। ਗੁਰੂ ਜੀ ਫਰਮਾਉਂਦੇ ਹਨ ਕਿ ਮੈਂ ਉਸ ਪਰਮਾਤਮਾ ਦੀ ਸ਼ਰਨ ਵਿੱਚ ਪਿਆ ਹਾਂ, ਜੋ ਸਾਰੇ ਜੀਵਾਂ ਦਾ ਆਧਾਰ ਹੈ, ਭਾਵ ਆਸਰਾ ਹੈ। ਗੁਰੂ ਜੀ ਪ੍ਰਚਲਿਤ ਧਾਰਮਿਕ ਪ੍ਰਕਿਰਿਆ ਦਾ ਦਰਸ਼ਨ ਕਰਾਉਂਦੇ ਹਨ। ਆਖਦੇ ਹਨ ਕਿ ਸ਼ਾਸਤਰਾਂ ਦਾ ਪੜ੍ਹਨਾ, ਗ੍ਰੰਥਾਂ ਦਾ ਅਭਿਆਸ ਕਰਨਾ, ਇਹ ਸਭ ਹਰਨਾਮ ਦੇ ਜਪਣ ਵਿੱਚ ਹੀ ਸਮਾਇਆ ਹੋਇਆ ਹੈ। ਭਾਵ ਹਰਨਾਮ ਦਾ ਜਾਪ ਹੀ ਮੇਰੇ ਵਾਸਤੇ ਇਹ ਸਾਰੇ ਦੇ ਸਾਰੇ ਧਾਰਮਿਕ ਪ੍ਰਕਿਰਿਆਵਾਂ ਹਨ। ਸੋਈ ਸਾਸਤ ਸੌਣ ਸਿਉ, ਜਿਤ ਜਪੀਏ ਹਰ ਨਾਉ। ਨਾਮ ਜਪਨ ਕਰਕੇ ਇਸ ਤਰ੍ਹਾਂ ਹੀ ਗਿਆਨ ਰੂਪੀ ਧਨ ਮੈਨੂੰ ਗੁਰੂ ਤੋਂ ਮਿਲ ਗਿਆ ਹੈ ਅਤੇ ਸੱਚੀ ਪੂੰਜੀ ਅਤੇ ਸੱਚਾ ਸੰਜਮ ਵੀ ਮਿਲ ਗਿਆ ਹੈ। ਸਾਚੀ ਪੂੰਜੀ ਸੱਚ ਸੰਜਮੋ, 8 ਪੈਰ ਗੁਣ ਗਾਓ। ਨਿਚੋੜ ਦੀ ਗੱਲ ਇਹ ਹੈ ਕਿ ਨਾਮ ਜਪਣਾ ਯਾਨੀ ਆਤਮਿਕ ਗਿਆਨ ਮਿਲਣਾ ਸਭ ਤੋਂ ਉੱਚਾ ਤੇ ਸ਼੍ਰੇਸ਼ਟ ਧਰਮ ਹੈ। ਇਸ ਕਰਕੇ ਮਨ ਨੂੰ ਉਪਦੇਸ਼ ਦਿੰਦੇ ਹਨ, ਮੇਰੇ ਮਨ ਹਰ ਭਜ ਸਦਾ ਇੱਕ ਰੰਗ, ਘਟ ਘਟ ਅੰਤਰ ਰਵ ਰਿਆ, ਸਦਾ ਸਹਾਈ ਸੰਗ ਰਹਾਓ। ਹਰ ਹਿਰਦੇ ਦੇ ਵਿੱਚ ਇੱਕ ਰਸ ਹੋ ਕੇ ਵਸਣ ਵਾਲੇ ਹਰ ਨੂੰ ਪਿਆਰ ਸੰਗਤੀ ਰੂਪ ਵਿੱਚ ਕਰ, ਯਾਨੀ ਉਸ ਨੂੰ ਪਹਿਚਾਨ ਅਤੇ ਉਸ ਨਾਲ ਜੁੜ। 8 ਪਹਿਰਾਂ ਵਿੱਚ ਜਿਸ ਵੇਲੇ ਮੌਕਾ ਲੱਗ ਜਾਵੇ, ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ। ਉਸ ਵਾਸਤੇ ਕੋਈ ਸਮਾਂ ਨਿਸ਼ਚਿਤ ਨਹੀਂ ਹੁੰਦਾ। ਨਿਰੰਤਰ ਇੱਕ ਰਸ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ। ਇਸ ਦੇ ਸਮਾਨ ਹੋਰ ਕੁਝ ਵੀ ਨਹੀਂ ਹੈ। ਸਭ ਕੁਝ ਉਸ ਪਰਮਾਤਮਾ ਦਾ ਦਿੱਤਾ ਹੋਇਆ ਹੈ। ਉਸ ਦੇ ਮਿਲਣ ਤੋਂ ਬਾਅਦ ਕਿਸੇ ਤਰ੍ਹਾਂ ਦਾ ਵਿਯੋਗ ਨਹੀਂ ਰਹਿੰਦਾ ਅਤੇ ਆਵਾਗਮਨ ਦਾ ਚੱਕਰ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਕੀਤਿਆਂ ਜਿਨ ਚਾਖਿਆ ਸੋ ਤ੍ਰਿਪਤਾਸਿਆ, ਉਹ ਰਸ ਜਾਣੇ ਜਿੰਦ। ਭਾਵ ਉਸ ਮਨ ਦੀ ਸਾਰੀ ਤ੍ਰਿਸ਼ਨਾ ਰੂਪੀ ਭੁੱਖ
ਲੱਥ ਜਾਂਦੀ ਹੈ ਅਤੇ ਉਹ ਪਰਮਾਤਮਾ ਨਾਲ ਇੱਕ ਹੋ ਜਾਂਦਾ ਹੈ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।